ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ। ਵੈਲਕਮ ਟੂ ਹੈਲੋ ਕੈਨੇਡਾ। ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੁਹਾਡੇ ਦੁਆਰਾ ਜਿਹੜੇ ਮੌਰਗੇजेस ਫਾਈਨਾਂਸਿਸ ਜਾਂ ਤੁਸੀਂ ਜਿਹੜੇ ਲੋਨ ਚਾਹੇ ਉਹ ਪਰਸਨਲ ਲੋਨ ਨੇ ਜਾਂ ਬਿਜ਼ਨਸ ਲੋਨ ਖਾਸ ਤੌਰ ਦੇ ਉੱਤੇ ਤੇ ਉਹਨਾਂ ਨੂੰ ਕਿਵੇਂ ਲਿਆ ਜਾ ਸਕਦਾ ਹੈ ਜਾਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਦੋਂ ਤੁਸੀਂ ਬਿਜ਼ਨਸ ਲੋਨ ਜਾਂ ਮੌਰਗੇजेस ਲੈਣੀ ਹੁੰਦੀ ਹੈ ਜਾਂ ਅੱਜ ਕੱਲ੍ਹ ਅਸੀਂ ਆਪਣੇ ਬੱਚਿਆਂ ਵਾਸਤੇ ਕੋਈ ਪ੍ਰੋਪਰਟੀਜ਼ ਲੈ ਰਹੇ ਹੁੰਦੇ ਹਾਂ ਤਾਂ ਉਸ ਦੇ ਵਿੱਚ ਭਾਵੇਂ ਕਿ ਪ੍ਰੋਪਰਟੀ ਦੇ ਵਿੱਚ ਅਸੀਂ ਕੁਝ ਮਨੀ ਗਿਫਟ ਕਰਨੀ ਹੁੰਦੀ ਹੈ ਪਰ ਉਹਦੇ ਕਿਹੜੀਆਂ ਹੋਰ ਬਾਰੀਕੀਆਂ ਹਨ ਜਿਸ ਦੇ ਨਾਲ ਤੁਸੀਂ ਆਪਣੀ ਜਿਹੜੀ ਪ੍ਰੋਪਰਟੀ ਜਾਂ ਕੋਈ ਵੀ ਜਿਹੜੀ ਚੀਜ਼ ਹੈ ਉਹਦੇ ਲਈ ਮੌਰਗੇਜ ਲੋਨ ਜਾਂ ਕਿਸੇ ਵੀ ਤਰ੍ਹਾਂ ਦੀ ਲਾਈਨ ਆਫ ਕ੍ਰੈਡਿਟ ਲੈਣੀ ਹੈ ਤਾਂ ਉਹ ਤੁਹਾਨੂੰ ਸੌਖੇ ਮਿਲ ਸਕੇ। ਸੋ ਇਸ ਗੱਲਬਾਤ ਦੇ ਲਈ ਅਸੀਂ ਸਾਡੇ ਸਟੂਡੀਓ ਦੇ ਵਿੱਚ ਅੱਜ ਜਿਹੜਾ ਸੱਦਾ ਦਿੱਤਾ ਹੈ ਸਾਡੇ ਭਾਈਚਾਰੇ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਅਤੇ ਲੰਬੇ ਸਮੇਂ ਤੋਂ ਫਾਈਨਾਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਦਿੰਦੇ ਆ ਰਹੇ ਸਤਪਾਲ ਸਰੋਇਆ ਜੀ ਜੋ ਕਿ ਮੌਰਗੇਜ ਬ੍ਰੋਕਰ ਹਨ। ਸੋ ਆਓ ਆਪਾਂ ਉਹਨਾਂ ਨੂੰ ਨਿੱਘੀ ਜੀ ਆਇਆਂ ਨੂੰ ਆਖਦੇ ਹਾਂ। ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਆ ਸਾਹਿਬ ਤੁਸੀਂ ਪਿਛਲੇ ਪ੍ਰੋਗਰਾਮ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਤਾਂ ਸਾਡੇ ਦਰਸ਼ਕਾਂ ਨੇ ਬਹੁਤ ਸਾਰੇ ਜਿਹੜੇ ਹਨ ਜੀ ਫੀਡਬੈਕ ਸਾਨੂੰ ਭੇਜਿਆ ਔਰ ਉਹਨਾਂ ਦੇ ਕਾਫੀ ਉਹਨਾਂ ਦੇ ਵਿੱਚੋਂ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਆਪਣੇ ਬੱਚਿਆਂ ਲਈ ਪ੍ਰੋਪਰਟੀ ਲੈਣੀ ਇੱਕ ਤੇ ਉਹਦੇ ਬਾਰੇ ਤੇ ਇੱਕ ਕੁਝ ਬਿਜ਼ਨਸ ਲੋਨ ਬਾਰੇ ਕਿਉਂਕਿ ਹਰ ਇੱਕ ਦਾ ਇੱਛਾ ਹੁੰਦੀ ਹੈ ਡ੍ਰੀਮ ਹੁੰਦਾ ਹੈ ਕਿ ਉਹ ਆਪਣਾ ਕੋਈ ਕਾਰੋਬਾਰ ਬਿਜ਼ਨਸ ਸ਼ੁਰੂ ਕਰੇ ਜਾਂ ਕਈਆਂ ਦੇ ਬਿਜ਼ਨਸ ਸ਼ੁਰੂ ਹੋ ਚੁੱਕੇ ਹੁੰਦੇ ਨੇ ਪਰ ਉਹਨਾਂ ਨੂੰ ਐਕਸਟਰਾ ਕੋਈ ਡਿਵੈਲਪਮੈਂਟ ਜਾਂ ਉਹਨੂੰ ਕਹਿ ਲਓ ਕਿ ਇੰਪਰੂਵਮੈਂਟ ਦੇ ਵਾਸਤੇ ਕੋਈ ਪੈਸੇ ਧੇਲੇ ਦੀ ਲੋੜ ਪੈਂਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜੀ ਮੌਰਗੇਜ ਇੰਡਸਟਰੀ ਹੈ ਜੀ ਵੈਸੇ ਹੁੰਦੇ ਨਾ ਬਾਹਰ ਮੌਸਮ ਬੜੀ ਠੰਡੀ ਹੈ ਜੀ ਠੰਡ ਪੈ ਰਹੀ ਹੈ ਤਾਂ ਮੌਰਗੇਜ ਇੰਡਸਟਰੀ ਕਿਵੇਂ ਚੱਲ ਰਹੀ ਹੈ ਕਿਵੇਂ ਹੈ ਜੀ ਅੱਜ ਕੱਲ੍ਹ ਕੀ ਹਾਲਾਤ ਨੇ ਜਿਵੇਂ ਰੇਟ ਆਫ ਇੰਟਰਸਟ ਮੈਂ ਪੁੱਛਣਾ ਜੀ ਇਸ ਵੇਲੇ ਭਾਜੀ ਇਸ ਵੇਲੇ ਜਿਹੜੀ ਮੌਰਗੇਜ ਇੰਡਸਟਰੀ ਪੀਕ ਤੇ ਜਾ ਰਹੀ ਹੈ। ਵੈਰੀ ਗੁੱਡ। ਰੇਟਸ ਥੋੜੇ ਅੱਗੇ ਨਾਲੋਂ ਵਧਣੇ ਸ਼ੁਰੂ ਹੋ ਗਏ ਨੇ ਔਰ ਇਹ ਐਕਸਪੈਕਟਡ ਸੀਗੇ ਔਰ ਥੋੜੇ ਵਧਣੇ ਵੀ ਹੈਗੇ ਨੇ ਜੀ। ਅਗਰ ਦੇਖਿਆ ਜਾਵੇ ਓਵਰਆਲ ਤੁਸੀਂ ਕਿਉਂਕਿ ਸਾਡਾ ਰਿਲੇਸ਼ਨ ਰੀਅਲ estate ਦੇ ਨਾਲ ਹੈਗਾ ਬਿਲਕੁਲ ਤੇ ਤੁਸੀਂ ਵੀ ਦੇਖਣਾ ਪਿਛਲੇ 1 ਸਾਲ ਤੋਂ 2 ਸਾਲ ਤੋਂ ਜਾ ਕੇ ਰੀਅਲ estate ਜਿਹੜੀ ਇਸ ਵੇਲੇ ਸਾਡੀ ਬਿਲਕੁਲ ਪੀਕ ਤੇ ਜਾ ਚੁੱਕੀ ਹੈਗੀ ਹੈ। ਬਹੁਤ ਸਾਰੇ ਲੋਕਾਂ ਨੇ ਅੱਛੀ ਇਨਵੈਸਟਮੈਂਟ ਕੀਤੀ ਸੀਗੀ ਪੈਸੇ ਬਹੁਤ ਸੋਹਣੇ ਉਹਨਾਂ ਨੇ ਬਣਾਏ ਨੇ ਉਹਦੇ ਵਿੱਚੋਂ ਜੀ ਔਰ ਫਿਊਚਰ ਵੀ ਜਿਹੜਾ ਲੱਗਦਾ ਕਿ ਇਹਨੇ ਕੋਈ I don't think ਇਹ ਕੋਈ ਡ੍ਰੌਪ ਆਏਗਾ ਇਹਨੇ ਸਟੱਡੀ ਇਨਕਰੀਜ਼ ਹੀ ਹੋਣਾ ਹੈਗਾ। ਥੋੜ੍ਹੀ ਬਹੁਤੀ ਤੁਹਾਨੂੰ ਵੀ ਪਤਾ ਅਪ ਡਾਊਨ ਦੇ ਇਹਦੇ ਵਿੱਚ ਆਉਂਦਾ ਰਹਿੰਦਾ ਹੈ ਬਿਲਕੁਲ। ਤੇ ਜਿਹੜੀ ਇਸ ਵੇਲੇ ਵੀ ਆ ਜਿੱਦਾਂ ਸਾਡੀ ਇਸ ਵੇਲੇ ਜਿਹੜੀ ਮਾਰਕੀਟ ਦੇ ਵਿੱਚ ਡਿਮਾਂਡ ਹੈਗੀ ਹੈ ਜਿਹੜੀ ਜਿੱਦਾਂ ਮੈਨੂੰ ਲੋਕੀ ਕੰਟੈਕਟ ਕਰਦੇ ਨੇ ਰੈਜ਼ੀਡੈਂਸ਼ੀਅਲ ਮੌਰਗੇजेस ਹੈਗੀਆਂ ਸਾਡੇ ਕੋਲ ਜੀ ਕਮਰਸ਼ੀਅਲ ਮੌਰਗੇजेस ਹੈਗੀਆਂ ਬਿਜ਼ਨਸ ਲੋਨਸ ਹੈਗੀਆਂ ਜੀ ਜੀ ਕਾਫੀ ਵਾਈਡ ਸਬਜੈਕਟ ਹੈਗਾ ਬਿਲਕੁਲ। ਆਪਾਂ ਥੋੜਾ ਹਰ ਇੱਕ ਟੌਪਿਕ ਨੂੰ ਟੱਚ ਕਰਕੇ ਅੱਗੇ ਨਿਕਲ ਚਲਾਂਗੇ। ਬਿਲਕੁਲ ਬਹੁਤ ਅੱਛਾ ਕੀਤਾ ਤੁਸੀਂ ਦੱਸੀ ਗੱਲ। ਵੈਸੇ ਰੀਅਲ estate ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਅਸੀਂ ਰੀਅਲ estate ਦੀਆਂ ਸੇਵਾਵਾਂ ਅਤੇ ਮੌਰਗੇਜ ਦੀਆਂ ਸੇਵਾਵਾਂ ਇੱਕ ਛੱਤ ਥੱਲੇ ਦਿੰਦੇ ਹਾਂ ਤੁਹਾਨੂੰ ਔਰ ਮੌਰਗੇਜ ਦੀਆਂ ਸੇਵਾਵਾਂ ਜਿਹੜੀਆਂ ਹਾਂਜੀ ਪੈਸੇ ਧੇਲੇ ਦੀਆਂ ਸੇਵਾਵਾਂ ਸਰੋਆ ਸਾਹਿਬ ਦਿੰਦੇ ਨੇ ਤਾਂ ਰੀਅਲ estate ਬ੍ਰੋਕਰ ਦੇ ਤੌਰ ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਮੇਸ਼ਾ ਪਿਛਲੇ 15 ਸਾਲਾਂ ਤੋਂ ਹਾਜ਼ਰ ਹਾਂ। ਜਿਹੜੀ ਮੌਰਗੇਜ ਹੈ ਜੀ ਘਰਾਂ ਦੀ ਮੌਰਗੇਜ ਇੱਕ ਹੁੰਦਾ ਨਵੇਂ ਘਰਾਂ ਦੀ ਮੌਰਗੇਜ ਇੱਕ ਹੁੰਦਾ ਜਿਹੜੇ ਰੀਸੇਲ ਕਰਦੇ ਹਨ। ਸੋ ਫਸਟ ਟਾਈਮ ਹੋਮ ਬਾਇਰਸ ਦੀ ਆਪਾਂ ਜੇਕਰ ਉਹਨਾਂ ਨੂੰ ਤੁਸੀਂ ਕੋਈ ਟਿਪ ਦੇਣੇ ਚਾਹੋ ਸਾਡੇ ਬਹੁਤ ਸਾਰੇ ਵੀਰ ਭੈਣ ਨਵੇਂ ਇਮੀਗ੍ਰੈਂਟ ਆਉਂਦੇ ਨੇ ਪ੍ਰੋਫੈਸ਼ਨਲ ਵੀ ਨੇ ਜਾਂ ਕਈ ਸਾਡੇ ਬਿਜ਼ਨਸ ਇੱਥੇ ਆ ਕੇ ਸ਼ੁਰੂ ਕਰਦੇ ਨੇ ਭੈਣ ਭਰਾ ਬੜਾ ਚੰਗੀ ਗੱਲ ਹੈ ਤਾਂ ਉਹਨਾਂ ਨੂੰ ਜਦੋਂ ਪਹਿਲਾ ਘਰ ਉਹਨਾਂ ਨੇ ਲੈਣਾ ਹੁੰਦਾ ਫਸਟ ਟਾਈਮ ਹੋਮ ਬਾਇਰਸ ਦੇ ਲਈ ਕਿਹੜੀ ਉਹਨਾਂ ਨੂੰ ਜਿਹੜਾ ਨੁਕਤਾ ਜਾਂ ਉਹਨਾਂ ਨੂੰ ਕੋਈ ਨੇਕ ਸਲਾਹ ਦੇਣੀ ਚਾਹੋਗੇ ਕਿ ਤਾਂ ਕਿ ਉਹਨਾਂ ਦੀ ਮੌਰਗੇਜ ਜਿਹੜੀ ਜਦੋਂ ਉਹਨਾਂ ਨੇ ਘਰ ਲੈਣਾ ਤਾਂ ਉਹ ਸੁਖਾਲੀ ਹੋ ਸਕੇ। ਜੀ ਭਾਜੀ ਦੇਖੋ ਇੱਥੇ ਬਹੁਤ ਸਾਰਿਆਂ ਨੂੰ ਤਾਂ ਪਤਾ ਹੀ ਆ ਕਿ ਜੋ ਉਹ ਫਸਟ ਟਾਈਮ ਜਿਹੜੇ ਮੌਰਗੇਜ ਜਿਹੜੇ ਬਾਹਰ ਜਾਂ ਹੋਮ ਬਾਹਰ ਹੈਗੇ ਨੇ ਜੀ ਕ੍ਰੈਡਿਟ ਐਂਡ ਜੌਬ ਦੋ ਚੀਜ਼ਾਂ ਨੰਬਰ 1 ਪ੍ਰਾਇਓਰਟੀ ਹੈ ਕ੍ਰੈਡਿਟ ਸਾਡਾ ਕ੍ਰੈਡਿਟ ਠੀਕ ਰੱਖੋ ਜੀ ਕ੍ਰੈਡਿਟ ਲੈਣ ਕੇ ਕਿਉਂਕਿ ਜਦੋਂ ਅਸੀਂ ਬਾਹਰੋਂ ਇਸ ਕੰਟਰੀ 'ਚ ਆਉਂਦੇ ਹੈਗੇ ਸਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਅਸੀਂ ਕ੍ਰੈਡਿਟ ਨੂੰ ਕੀ ਕਰਨਾ ਕੀ ਨਹੀਂ ਕਰਨਾ ਹੈਗਾ। ਐਡਵਾਈਸ ਇਹੀ ਦੇਵਾਂਗਾ ਕਿ ਤੁਸੀਂ ਆਪਣੇ ਬੈਂਕ ਜਾ ਕੇ ਆਪਣੇ ਕੋਈ ਨਾ ਕੋਈ ਕ੍ਰੈਡਿਟ ਕਾਰਡ ਲਵੋ ਤੁਸੀਂ ਯੂਜ਼ ਕਰਨੇ ਸ਼ੁਰੂ ਕਰੋ ਔਰ ਇਹਦੀ ਪੇਮੈਂਟਾਂ ਸ਼ੁਰੂ ਕਰੋ ਤੁਹਾਡਾ ਕ੍ਰੈਡਿਟ ਐਸਟੈਬਲਿਸ਼ ਬਿਲਡ ਹੋਣਾ ਸ਼ੁਰੂ ਕਰੋ। ਉਸ ਤੋਂ ਸੈਕੰਡ ਸਾਡੇ ਕੋਲ ਹੁੰਦਾ ਆ ਕਿ ਤੁਹਾਡੀ ਜੌਬ ਠੀਕ ਹੈ ਕਈ ਵਾਰ ਇੱਥੇ ਜੌਬ ਦੀ ਹਿਸਟਰੀ ਮੰਗਦੇ ਨੇ ਪਰ ਇਹਨਾਂ ਨੇ ਸਾਡੇ ਜਿਹੜੇ ਲੈਂਡਰ ਦੇ ਨੇ ਐਕਸੈਪਸ਼ਨ ਦਿੱਤੀਆਂ ਹੈਗੇ ਕਿ ਲੈਟਸ ਸੇ ਯੂ ਆਰ ਸਮ ਇਨ IT ਬਿਜ਼ਨਸ ਓਵਰ ਦੇਅਰ ਕਿਸੇ ਵੀ ਤੁਸੀਂ ਟੈਕਨੋਲੋਜੀ 'ਚ ਸੀਗੇ ਜਾਂ ਕਿਸੇ ਜੌਬ 'ਤੇ ਸੀਗੇ ਅਗਰ ਤੁਸੀਂ ਸੇਮ ਜੌਬ ਦੇ ਵਿੱਚ ਇੱਥੇ ਆ ਜਾਂਦੇ ਹੈਗੇ ਆ ਜਿਹੜੇ ਮੁਲਕ ਤੋਂ ਆਏ ਹੋ ਜੀ ਸੇਮ ਜੌਬ ਤੁਸੀਂ ਇੱਥੇ ਆ ਜਾਂਦੇ ਆ ਤੁਹਾਨੂੰ ਜਿਹੜੀ ਬੈਕ ਹੋਮ ਜੌਬ ਦਾ ਕ੍ਰੈਡਿਟ ਦਿੰਦੇ ਨੇ ਅੱਛਾ ਉਹਦੇ 'ਚ ਤੁਹਾਨੂੰ 2 ਸਾਲ ਦੀ ਵੇਟ ਨਹੀਂ ਕਰਨੀ ਪੈਂਦੀ ਹੈਗੀ। ਉਸ ਤੋਂ ਬਾਅਦ ਨੈਕਸਟ ਨੰਬਰ 1 ਜਿੱਦਾਂ ਆਪਾਂ ਗੱਲ ਕੀਤੀ ਕ੍ਰੈਡਿਟ ਨੰਬਰ 2 ਜੌਬ ਨੰਬਰ 3 ਡਾਊਨ ਪੇਮੈਂਟ
ਠੀਕ ਹੈ ਜੀ। ਡਾਊਨ ਪੇਮੈਂਟ ਵਿੱਚ ਨੈਚੁਰਲੀ ਜਦੋਂ ਅਸੀਂ ਨਵੇਂ ਆਉਂਦੇ ਸਾਡੇ ਕੋਲ ਆਪਣਾ ਪੈਸਾ ਨਹੀਂ ਹੁੰਦਾ ਹੈਗਾ, ਪੈਸਾ ਸਾਡਾ ਕਿੱਥੋਂ ਦਾ, ਸਾਡਾ ਪਿੱਛੋਂ ਆਉਂਦਾ ਹੈਗਾ ਜੀ। ਮੈਂ ਐਡਵਾਈਸ ਕਰਾਂਗਾ ਹਮੇਸ਼ਾ ਹੀ ਕਿ ਤੁਸੀਂ ਪੈਸਾ ਜਿਹੜਾ ਟ੍ਰਾਂਸਫਰ ਕਰਾ ਕੇ ਇੱਥੇ ਰੱਖ ਲਵੋ। ਕਈ ਵਾਰੀ ਕਿਉਂਕਿ ਬੈਂਕਾਂ ਜਾਂ ਐਂਟੀ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਬੈਂਕ ਚਾਹੁੰਦੀ ਕਿ ਤੁਹਾਡੇ ਕੋਲ ਕਮ ਸੇ ਕਮ ਵੀ 1 ਮਹੀਨੇ ਤੋਂ ਵੱਧ ਪੈਸਾ ਤੁਹਾਡੇ ਅਕਾਊਂਟ 'ਚ 2-3 ਮਹੀਨੇ ਪਹਿਲਾਂ ਪਿਆ ਤਾਂ ਚੰਗੀ ਗੱਲ, ਕਮ ਸੇ ਕਮ 1 ਮਹੀਨਾ ਹੋਣਾ ਚਾਹੀਦਾ। ਹਾਂ, ਜਿੰਨਾ ਜ਼ਿਆਦਾ ਹੋਵੇ ਉਨਾ ਹੀ ਠੀਕ ਹੈ। ਠੀਕ ਹੈ। ਤੇ ਇਹ ਸਾਡੇ ਜਿਹੜੇ ਕੋਈ ਵੀ ਜਿਹੜੇ ਸਾਡੇ ਨਿਊ ਇਮੀਗ੍ਰੈਂਟਸ ਇੱਥੇ ਆਉਂਦੇ ਨੇ ਉਹਨਾਂ ਵਾਸਤੇ ਜਿਹੜੀਆਂ ਇਹ 2-3 ਟਿਪਸ ਹੈਗੀਆਂ ਬਹੁਤ ਜ਼ਰੂਰੀ ਹੈਗੀਆਂ ਨੇ। ਕ੍ਰੈਡਿਟ ਐਸਟੈਬਲਿਸ਼ ਕਰਨਾ, ਤੁਸੀਂ ਕੋਈ ਨਾ ਕੋਈ ਕਾਰ ਲੋਨ ਲੈ ਲਓ, ਤੁਸੀਂ ਕੋਈ ਕ੍ਰੈਡਿਟ ਕਾਰਡ ਲੈ ਲਓ, ਛੋਟੀ ਮੋਟੀ ਲਾਈਨ ਆਫ ਕ੍ਰੈਡਿਟ ਲੈ ਲਓ, ਜਸਟ ਸਟਾਰਟ ਸਮਥਿੰਗ and keep on making the payments in time. That's very important. ਕ੍ਰੈਡਿਟ ਕਾਰਡ ਲੈ ਕੇ ਇਹ ਨਾ ਹੋਵੇ ਵੀ ਤੁਸੀਂ ਭੁੱਲ ਹੀ ਜਾਵਾਂ ਮੁੜ ਕੇ ਵੀ ਮੈਂ ਪੇਮੈਂਟ ਹੀ ਕਰਨੀ ਸੀ, ਇਦਾਂ ਨਹੀਂ ਕਰਨਾ। ਨਹੀਂ, ਬਿਲਕੁਲ ਜੀ, ਬਿਲਕੁਲ। ਹਾਂਜੀ, ਕ੍ਰੈਡਿਟ ਇਜ਼ ਯੂਰ ਕੈਰੈਕਟਰ, ਜਿਵੇਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਫਾਈਨਾਂਸ ਦੇ ਖੇਤਰ ਦੇ ਵਿੱਚ। ਔਰ ਜਿਵੇਂ ਜਿਹੜੇ ਸਾਡੇ ਪੇਰੈਂਟਸ ਨੇ ਜੀ, ਹੁਣ ਆਪਾਂ ਗੱਲ ਆਉਂਦੇ ਆ ਫਸਟ ਟਾਈਮ ਹੋਮ ਬਾਇਰ, ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਘਰ ਲੈ ਕੇ ਦੇ, ਬਿਲਕੁਲ ਜੀ, ਬਿਲਕੁਲ। ਤੋਂ ਬੜੀ ਚੰਗੀ ਗੱਲ ਹੈ ਕਿ ਇਹ ਜਿਹੜਾ ਰੁਝਾਨ ਹੈ ਜਿਹੜਾ ਅਕਸਰ ਹੁੰਦਾ ਜੀ, ਇੱਕ ਆਲਣੇ ਤੋਂ ਦੂਜੇ ਆਲਣਾ ਜਿਹੜਾ ਬਣਨਾ ਹੁੰਦਾ, ਸੋ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਕਿ ਪੇਰੈਂਟਸ ਨੂੰ ਫਸਟ ਟਾਈਮ ਹੋਮ ਬਾਇਰ ਲਈ ਤਾਂ ਤੁਸੀਂ ਦੱਸਤੀ ਗੱਲ, ਪੇਰੈਂਟਸ ਦੇ ਲਈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣ ਦੀ ਉਹਨਾਂ ਲੋੜ ਹੈ ਕਿ ਉਹ ਬੱਚੇ ਜਦੋਂ ਘਰ ਲੈ ਕੇ ਦਿੰਦੇ ਆ ਤਾਂ ਕਿਹਨਾਂ ਗੱਲਾਂ ਦਾ ਖਿਆਲ ਰੱਖਣ? ਚਲੋ ਜੀ, ਮੈਂ ਤੁਹਾਨੂੰ ਆਪਣੀ ਪਰਸਨਲ ਸ਼ੇਅਰ ਕਰ ਦਿੰਦਾ। ਮੇਰੇ ਵੀ ਬੱਚੇ ਗਰੋਨ ਅਪ ਹੋ ਗਏ ਨੇ, ਉਹਨਾਂ ਵਾਸਤੇ ਵੀ ਅੱਗੇ ਬੁਕਿੰਗ ਲੈ ਕੇ ਰੱਖੀ ਹੈਗੀ ਆ, ਔਰ ਕੇਅਰ ਕੀ ਕੀਤੀ ਉਹਨਾਂ ਦੀ। ਚਲੋ ਬਈ ਤੁਸੀਂ ਬੇਟਾ ਕ੍ਰੈਡਿਟ ਕਾਰਡ ਲਵੋ ਆਪਣੇ ਜੀ, ਹਾਲਾਂਕਿ ਉਹਨਾਂ ਕੋਲ ਹਜੇ ਜੌਬ ਸਟੱਡੀ ਜੌਬ ਨਹੀਂ ਹੈਗੀ, ਪਰ ਉਹਨਾਂ ਨੂੰ ਨੈਚੁਰਲੀ ਉਹਨਾਂ ਹੌਲੀ ਹੌਲੀ ਜੌਬ ਤੇ ਜਾਣਾ ਹੈਗਾ। ਬਿਲਕੁਲ। ਉਹਦੇ ਵਿੱਚ ਕੀ ਆ ਕਿ ਬੱਚਿਆਂ ਨੂੰ ਹਾਲਾਂਕਿ ਬੱਚਿਆਂ ਨੂੰ ਇੱਥੇ ਬਹੁਤ ਨੌਲੇਜ ਹੈਗੀ ਆ, ਉਹਨਾਂ ਨੂੰ ਕ੍ਰੈਡਿਟ ਦੇ ਬਾਰੇ ਥੋੜੀ ਬਹੁਤੀ ਜੇ ਤੁਸੀਂ ਗਾਈਡੈਂਸ ਦੇ ਸਕਦੇ ਦਵੋ, ਮੈਂ ਇਹੋ ਹੀ ਕਹਾਂਗਾ ਨਾ ਜੀ। ਮਤਲਬ ਐਸਟੈਬਲਿਸ਼ ਕਰੋ, ਜਿਹੜਾ ਸਿਲਵਰ ਸਪੂਨ ਆ ਹਮੇਸ਼ਾ ਮੂੰਹ 'ਚ ਦੇ ਕੇ ਰੱਖੋ, ਨਾ ਉਹਨਾਂ ਨੂੰ ਕੰਮ ਤੇ ਮਤਲਬ ਲਾਓ, ਕ੍ਰੈਡਿਟ ਨੂੰ ਚੱਲਦਾ ਕਰੋ ਉਹਨਾਂ ਦਾ। ਦਿਸ ਇਜ਼ ਹਾਊ ਯੂ ਹੈਵ ਟੂ ਮੈਨੇਜ ਇਟ। ਐਗਜ਼ੈਕਟਲੀ, ਠੀਕ ਹੈ। ਤੂੰ ਨਹੀਂ ਮੈਨੇਜ ਕਰੇਗਾ, ਯੂ ਵਿਲ ਬੀ ਆਫ ਦਾ ਟਰੈਕ। ਕਿੰਨੇ ਸਾਲ ਵਾਸਤੇ? 2 ਸਾਲ 3 ਸਾਲ, ਮੈਨੂੰ ਨਹੀਂ ਪਤਾ, ਠੀਕ ਹੈ। ਫਿਰ ਦੂਸਰਾ ਹੁੰਦਾ ਕਿਉਂਕਿ ਬੱਚਿਆਂ ਕੋਲ ਆਪਣਾ ਕੋਈ ਸੇਵਿੰਗ ਤਾਂ ਹੁੰਦੀ ਨਹੀਂ ਹੈ ਕਈਆਂ ਕੋਲ, ਠੀਕ ਹੈ। ਅਸੀਂ ਐਜ ਪੇਰੈਂਟਸ ਜਾਂ ਸਾਡੀ ਤੁਸੀਂ ਕਹ ਲਓ ਥਿੰਕਿੰਗ ਹੈਗੀ ਆ ਵੀ ਬਈ ਬੱਚਿਆਂ ਨੂੰ ਅਸੀਂ ਥੋੜਾ ਬਹੁਤਾ ਕੁਝ ਗਿਫਟ ਦਈਏ, ਕੁਝ ਵੀ ਕਰੀਏ ਹੈਗੀ, ਤਾਂ ਮੈਂ ਇਹ ਕਹੂੰਗਾ ਜੇ ਤੁਸੀਂ ਉਹ ਪੈਸਾ ਕਿਤੇ ਸੇਵਿੰਗ ਰੱਖਣਾ ਸਾਈਡ ਤੇ ਰੱਖ ਲਵੋ, ਜਦੋਂ ਤੁਸੀਂ ਪ੍ਰਾਪਰਟੀ ਕਲੋਜ਼ ਕਰਨੀ ਹੈਗੀ ਆ ਤੇ ਉਹਨੂੰ ਗਿਫਟ ਦੇ ਦਿਓ ਆਪਣੇ ਵੱਲੋਂ। ਅੱਛਾ, ਇੱਕ ਹੋਰ ਕੀ ਹੈ ਟੈਕਨੀਕਲ ਇਸ਼ੂ ਹੁੰਦਾ, ਕਈ ਵਾਰੀ ਬੱਚੇ ਜੌਬ ਕਰਕੇ ਆਪਣੀ ਇਨਕਮ ਤੇ ਕੁਆਲੀਫਾਈ ਨਹੀਂ ਕਰ ਰਹੇ ਹੁੰਦੇ, ਫਿਰ ਐਜ ਏ ਪੇਰੈਂਟਸ ਸਾਨੂੰ ਉਹਨਾਂ ਨੂੰ ਐਜ ਏ ਗਰੰਟਰ ਜਾਣਾ ਪੈਂਦਾ ਹੈ ਨਾਲ। ਅੱਛਾ, ਉਹਦੇ ਵਿੱਚ ਹੁਣ ਜੇ ਲੈਟਸ ਸੇ ਐਜ ਏ ਪੇਰੈਂਟ ਤੁਹਾਡਾ ਵੀ ਕ੍ਰੈਡਿਟ ਓਨਾ ਹੀ ਇੰਪੋਰਟੈਂਟ ਹੈ, ਤੁਹਾਡੀ ਜੌਬ ਹੈ, ਚਾਹੇ ਤੁਸੀਂ ਸੈਲਫ ਇੰਪਲਾਈਡ ਹੈਗੇ, ਤੁਹਾਡੇ ਟੈਕਸਸ, ਤੁਹਾਡੀ ਇਨਕਮ, ਉਹ ਸਾਰੀ ਉਹਦੇ ਵਿੱਚ ਉਹਨਾਂ ਨੇ ਕੈਲਕੂਲੇਸ਼ਨ 'ਚ ਉਹਨੇ ਆਉਣਾ ਆ, ਠੀਕ ਹੈ ਜੀ। ਆਪਣੇ ਆਪ ਨੂੰ ਵੀ ਅਸੀਂ ਸਾਂਭਣਾ ਆ, ਅੱਗੇ ਅਸੀਂ ਆਪਣੇ ਬੱਚਿਆਂ ਨੂੰ ਵੀ ਸਾਂਭਣਾ ਹੈਗਾ। ਤਾਂ ਇਹਦਾ ਜਿਹੜਾ ਸ਼ਾਰਟ 'ਚ ਇਹੋ ਹੀ ਹੈਗਾ ਵੀ ਉਹਨਾਂ ਦੀ ਕ੍ਰੈਡਿਟ ਸ਼ੁਰੂ ਕਰੋ, ਜਿੰਨੀ ਜਲਦੀ ਸ਼ੁਰੂ ਕਰ ਸਕਦੇ। 1 2 3 ਕ੍ਰੈਡਿਟ ਕਾਰਡ ਲੈ ਕੇ ਦੇਵੋ, ਬਿਲਕੁਲ। ਕਾਰ ਲੋਨ ਜੇ ਹੈਗਾ ਤਾਂ ਕਾਰ ਲੋਨ ਲੈ ਕੇ ਦੇਵੋ, ਬਾਕੀ ਉਹਨੂੰ ਕਹੋ ਬੱਚੇ ਇਹਨੂੰ ਸਾਂਭ, ਇਹਨੂੰ ਸੰਭਾਲ, ਹਾਂ ਇਹਨੂੰ ਮੈਨੇਜ ਕਰ, ਇਹਨੂੰ ਮੈਨੇਜ ਕਰ। ਐਂਡ ਦੈਨ ਦਿਸ ਇਜ਼ ਹਾਊ ਯੂ ਕੈਨ ਗੋਇੰਗ ਟੂ it's a learning finance, it's a learning for them, हाँ जी, ठीक है। and we have to give these tools to them क्योंकि ये कोई एक बारी तो नहीं उन्होंने अगे आज घर लए ने, कल उन्होंने इन्वेस्टमेंट करनी है, प्रॉपर्टी बाई करनी है, हो सकता कोई बच्चे बिजनेसमैन बनना ਉਹਦੇ ਵਿੱਚੋਂ, ਬਿਲਕੁਲ। ਸੋ these type of ਜਿਹੜੀ ਟੀਚਿੰਗ ਕਹ ਲਓ ਜਾਂ ਟੂਲਸ ਕਹ ਲਓ, ਹੈਜ਼ ਟੂ ਬੀ ਪ੍ਰੋਵਾਈਡਡ ਫਰੋਮ ਯਰ ਓਨ ਹੋਮ। ਬਹੁਤ ਅੱਛੇ। ਸੋ ਇਹ ਜਿਹੜੀ ਗੱਲ ਹੈ ਜੀ, ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅੱਜ ਦੀ ਜਿਹੜੀ ਗੱਲਬਾਤ ਦਾ ਇਹ ਸਿਲਸਿਲਾ ਜਿਹੜਾ ਹੈ ਜੀ, ਅਸੀਂ ਜਿੱਥੇ ਮਾਰਗੇਜ ਫਸਟ ਟਾਈਮ ਹੋਮ ਬਾਇਰ ਜਾਂ ਸਾਡੇ ਬੱਚਿਆਂ ਨੂੰ ਤੁਸੀਂ ਘਰ ਲੈ ਕੇ ਦੇਣਾ ਆਪਣਿਆਂ ਨੂੰ, ਉਹਦੇ ਲਈ, ਅਤੇ ਉਸ ਦੇ ਨਾਲ ਨਾਲ ਅਗਲੇ ਜਿਹੜੇ ਹਿੱਸੇ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੇ ਬਿਜ਼ਨਸ ਲੋਨ ਹੁੰਦੇ ਨੇ ਉਹਨਾਂ ਦਾ ਕੀ ਰੋਲ ਹੁੰਦਾ ਹੈ। ਛੋਟਾ ਹੋਵੇ ਵੱਡਾ ਹੋਵੇ ਲੋਨ, ਜਿਵੇਂ ਕਹਿੰਦੇ ਨੇ ਚਾਹੇ ਛੋਟਾ ਚਾਹੇ ਵੱਡਾ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਸਤਪਾਲ ਸਰੋਆ ਜੀ ਜਿਹੜੇ ਹਾਂਜੀ ਬਿਲਕੁਲ ਹਾਜ਼ਰ ਨੇ। ਸੋ ਇਹਨਾਂ ਦੀਆਂ ਸੇਵਾਵਾਂ ਜਿੱਥੇ ਤੁਸੀਂ ਲੈ ਸਕਦੇ ਹੋ, ਉੱਥੇ ਆਪਣਾ ਜਿਹੜਾ ਇਹਨਾਂ ਦਾ ਨੰਬਰ ਹੈ ਉਹ ਵੀ ਅਸੀਂ ਸਕਰੀਨ ਦੇ ਉੱਤੇ ਤੁਹਾਨੂੰ ਜ਼ਰੂਰ ਸ਼ੇਅਰ ਕਰ ਰਹੇ ਹਾਂ, ਤਾਂ ਇਹਨਾਂ ਦੇ ਨਾਲ ਉਸ ਨੰਬਰ ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ 647 831 4742 ਦੇ ਉੱਤੇ। ਸੋ ਮੇਰੇ ਖਿਆਲ ਦੇ ਵਿੱਚ ਸ਼ਾਇਦ ਬ੍ਰੇਕ ਦਾ ਵੀ ਇੱਕ ਸਮਾਂ ਹੁੰਦਾ ਜਾ ਰਿਹਾ, ਸੋ ਅਸੀਂ ਇੱਕ ਛੋਟੀ ਜਿਹੀ ਤੁਹਾਡੇ ਕੋਲੋਂ ਇੱਕ ਟਿਪ ਲਵਾਂਗੇ ਹੋਰ। ਜਿਹੜੇ ਬਿਜ਼ਨਸਮੈਨ ਭਰਾ ਨੇ ਉਹਨਾਂ ਦੇ ਲਈ ਤੁਸੀਂ ਜਿਹੜਾ ਇਹਦਾ ਅਸਲੀ ਹਿੱਸਾ ਹੈ, ਇਹਦੇ ਕਿਵੇਂ ਤੁਸੀਂ ਲੋਨ ਜਿਹੜਾ ਅਪਲਾਈ ਕਰ ਸਕਦੇ ਹੋ, ਕਿੰਨਾ ਸਖਾਲਾ ਹੈ, ਤੁਹਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ। ਜਿਵੇਂ ਕਹਿ ਦਿੰਦਾ ਨਾ ਕਿ ਕਈ ਕਿਸੇ ਬੈਂਕ ਦੀ ਇਹ ਸਟੇਟਮੈਂਟ ਹੈ, ਵੈਸੇ ਪੰਜਾਬੀ 'ਚ ਮੈਂ ਕਹਿ ਦਿੰਦਾ ਫਿਰ ਸਾਡੇ ਤੇ ਕਾਪੀਰਾਈਟ ਨਹੀਂ ਆਊਗਾ। ਉਹ ਕਹਿੰਦੇ ਵੀ ਤੁਹਾਨੂੰ ਨਹੀਂ ਪਤਾ ਤੁਸੀਂ ਕਿੰਨੇ ਅਮੀਰ ਹੋ, ਜੀ 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 ਜੀ, ਤੁਸੀਂ ਜਿੰਨਾ ਤੁਸੀਂ ਸੋਚਦੇ ਹੋ ਉਸ ਤੋਂ ਵੱਧ ਅਮੀਰ ਹੋ। ਬਿਲਕੁਲ। ਸੋ ਇਹ
ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ, ਜਿਹੜੇ ਸਾਡੇ ਸਿਆਣੇ ਵੀਰ ਭੈਣ ਹਨ ਉਹ ਆਪਣਾ ਜਿਨ੍ਹਾਂ ਨੇ ਕ੍ਰੈਡਿਟ ਸੰਭਾਲ ਕੇ ਰੱਖਿਆ, ਤੁਹਾਨੂੰ ਸ਼ਾਇਦ ਆਪਣੀ ਪੋਟੈਂਸ਼ੀਅਲ ਦਾ, ਤੁਹਾਡੇ ਕ੍ਰੈਡਿਟ ਦੇ ਪੋਟੈਂਸ਼ੀਅਲ ਦਾ ਨਹੀਂ ਪਤਾ ਹੁੰਦਾ। ਸੋ ਛੋਟਾ ਜਿਹੜੇ ਸਟੈਪ ਨੇ, ਨਿੱਕੇ ਨਿੱਕੇ ਸਟੈਪ ਜਿਹੜੇ ਬੱਚਿਆਂ ਨੂੰ ਅਸੀਂ ਦੱਸਦੇ ਹਾਂ, ਕਈ ਵਾਰੀ ਉਹ ਵੱਡਿਆਂ ਨੂੰ ਵੀ ਉਹਨਾਂ ਤੇ ਸਿੱਖਿਆ ਜ਼ਰੂਰੀ ਹੈ ਜੀ, ਬਿਲਕੁਲ ਬਿਲਕੁਲ ਜ਼ਰੂਰੀ। ਹਾਂਜੀ। ਸੋ ਇਹ ਦੱਸੋ ਕਿ ਜਿਹੜਾ ਲੋਨ ਹੈ ਜੀ, ਹਾਂਜੀ, ਲੋਨ ਵੈਸੇ ਕਰਜ਼ਾ ਵੀ ਕਹਿ ਦਿੰਦੇ ਨੇ, ਹੈ ਨਾ ਜੀ। ਤਾਂ ਕਈ ਵਾਰੀ ਇਹ ਹੁੰਦਾ ਕਿ ਲੋਨ, ਇੱਕ ਵੱਡਾ ਲੋਨ ਲੈਣ ਤੋਂ ਪਹਿਲਾਂ ਬੰਦੇ ਦੇ ਉੱਤੇ ਨਾ ਛੋਟੇ ਛੋਟੇ 2-3 ਲੋਨ ਹੁੰਦੇ ਨੇ, ਲੇਕਿਨ ਉਹਦੇ ਕੋਲ ਇਕੁਇਟੀ ਬਹੁਤ ਪਈ ਹੁੰਦੀ ਹੈ। ਜੀ, ਹਾਂਜੀ ਹਾਂਜੀ। ਤਾਂ ਉਹਨਾਂ ਨੂੰ ਇੱਕ, ਮਤਲਬ ਸਾਡਾ ਇਹ ਵਿਸ਼ਾ ਨਹੀਂਗਾ, ਪਰ ਉਹਨਾਂ ਨੂੰ ਇੱਕ ਬ੍ਰੇਕ ਤੇ ਜਾਣ ਤੋਂ ਪਹਿਲਾਂ ਕੀ ਟਿਪ ਦਓਗੇ ਜੀ? ਭਾਜੀ ਮੈਂ ਇੱਦਾਂ ਹੀ ਕਹਾਂਗਾ ਉਹਨਾਂ ਨੂੰ ਕਿ ਤੁਸੀਂ ਦੇਖੋ, ਕਈ ਵਾਰੀ ਸਾਡੇ ਕੋਲ ਇਕੁਇਟੀ ਘਰਾਂ ਦੇ ਵਿੱਚ ਪਈ ਆ, ਉਹਨੂੰ ਅਨਲੌਕ ਕਰੋ, ਬਹੁਤ ਜ਼ਰੂਰੀ ਹੈ। ਕਿਉਂਕਿ ਦੇਖੋ, ਜਿਹੜੀ ਘਰਾਂ 'ਚ ਇਕੁਇਟੀ, ਤੁਸੀਂ ਉਹਦਾ ਇੰਟਰਸਟ ਕੀ ਦੇ ਰਹੇ ਬੈਂਕ ਨੂੰ? 2%, 1.5%, ਮੈਕਸਿਮਮ 10%, ਦੈਟਸ ਔਨ ਦਾ ਹਾਇਰ ਸਾਈਡ ਜੀ। ਪਰ ਜਿਹੜੀ ਉਸ ਇਕੁਇਟੀ ਦੀ ਤੁਸੀਂ ਯੂਟਿਲਾਈਜੇਸ਼ਨ ਕਰ ਸਕਦੇ, ਦੈਟਸ 5 ਟਾਈਮ, ਮੇਬੀ 10 ਟਾਈਮ। ਬਿਲਕੁਲ ਜੀ, ਬਿਲਕੁਲ। ਮੈਂ ਇਹੋ ਐਡਵਾਈਸ ਕਰਾਂਗਾ ਕਿ ਜੇ ਤੁਸੀਂ, ਜਿਹੜਾ ਤੁਹਾਡੇ ਕੋਲ ਥੋੜਾ ਬਹੁਤਾ ਪੈਸਾ ਹੈਗਾ, ਜੇ ਤੁਸੀਂ ਕਿਤੇ ਲੋਨ ਵੀ ਲਿਆ ਹੈਗਾ, ਉਹਨੂੰ ਤੁਸੀਂ ਘਰ ਆਪਣੇ ਨੂੰ ਰੀਫਾਈਨਾਂਸ ਕਰੋ, ਬਿਲਕੁਲ ਉਹਨੂੰ ਪੇ ਆਊਟ ਕਰੋ। ਔਰ ਉਹਦਾ ਦੇਖੋ ਐਡਵਾਂਟੇਜ ਕੀ ਹੈ, ਤੁਹਾਨੂੰ ਤੁਹਾਡਾ ਕ੍ਰੈਡਿਟ ਨੰਬਰ 1 ਤੇ ਪਹੁੰਚ ਜਾਏਗਾ ਜੀ। ਠੀਕ ਹੈ, ਬੈਂਕ ਵੈਨ ਵਿਲ ਗੋ ਟੂ ਦਾ ਬੈਂਕ, ਤੁਹਾਡਾ ਕ੍ਰੈਡਿਟ ਬਹੁਤ ਸੋਹਣਾ, ਦੇ ਵਿਲ ਲੁੱਕ ਐਟ ਵਿਦ ਅ ਲੋਟ ਆਫ ਰਿਸਪੈਕਟ। ਬਿਲਕੁਲ। ਫਿਰ ਤੁਹਾਡੇ ਕੋਲ ਆਪਣੇ ਐਸਟ ਹੈਗੇ ਨੇ, ਅਸੀਂ ਜਿਹੜੇ ਤੁਹਾਡੇ ਐਸਟ ਨੇ ਉਹਦੀ ਲੈਵਰੇਜ ਲੈਣੀ ਆ। ਲੈਵਰੇਜ ਜਿਹੜੀ ਬੈਂਕ ਜਿਹੜੀ ਨਾਰਮਲ ਕੀ ਦਿੰਦੀ ਸਾਨੂੰ, ਐਟ ਲੀਸਟ 3 ਟਾਈਮ, ਐਟ ਲੀਸਟ। ਵਾਹ ਜੀ ਵਾਹ। ਲੈਟਸ ਸੇ ਸਾਡੇ ਕੋਲ $100,000 ਹੈਗਾ, ਤਾਂ ਬੈਂਕ ਕੋਲ ਮੈਂ 300,000 4 ਲੱਖ ਹੋ ਗਿਆ ਤੁਹਾਡੇ ਕੋਲ, ਮੈਂ ਤੁਹਾਡੇ ਕੋਲ ਤੁਹਾਨੂੰ ਉਹਦੇ ਐਸਟ ਲੈ ਕੇ ਦੇ ਸਕਦਾ ਹਾਂ। ਫਿਰ ਤੁਸੀਂ ਦੇਖੋ, ਆਪਾਂ ਇਹੋ ਜਿਹੇ ਸਿਸਟਮ 'ਚ ਬੈਠੇ ਹੈਗੇ, ਬੈਂਕ ਤਾਂ ਇੱਥੇ ਦੇ ਜਿਹੜੇ ਸਾਡੇ ਬੈਂਕ ਆ, ਪ੍ਰੋ ਬਿਜ਼ਨਸ ਨੇ, ਉਹ ਬਿਜ਼ਨਸ ਨੂੰ ਬੜਾਵਾ ਦਿੰਦੇ ਜੀ, ਉਹ ਪ੍ਰੋ ਬਿਜ਼ਨਸ ਨੇ, ਉਹ ਕਹਿੰਦੇ ਤੁਸੀਂ ਆਓ ਕਾਰੋਬਾਰ ਕਰੋ। ਸੋ ਕਾਰੋਬਾਰ ਕਰਨ ਦੇ ਲਈ ਲੋਨ, ਮਾਰਗੇਜ ਜਾਂ ਬਿਜ਼ਨਸ ਲੋਨ ਦੀ ਲੋੜ ਹੈ, ਉਹ ਅਸੀਂ ਗੱਲ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੇਖਦੇ ਰਹੋ ਹੈਲੋ ਕੈਨੇਡਾ ਟੀਵੀ ਸ਼ੋ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰ ਰਹੇ ਹਾਂ ਪੈਸੇ ਧੇਲੇ ਦੀ, ਅਤੇ ਪੈਸਾ ਧੇਲਾ, ਫਾਈਨਾਂਸ, ਬੈਂਕ ਤੋਂ ਕਰਜ਼ਾ ਜਾਂ ਮਾਰਗੇਜ, ਜਾਂ ਆਪਾਂ ਇਹ ਕਹਿ ਲਓ ਕਿ ਲੋਨ ਜਾਂ ਲਾਈਨ ਆਫ ਕ੍ਰੈਡਿਟ, ਕਿੰਨੇ ਹੀ ਨਾਮ, ਕਿੰਨੇ ਤਰ੍ਹਾਂ ਦੀ ਜਿਹੜੀ ਇਹ ਪੈਸੇ ਦੀ ਜਿਹੜੀ ਲੈਣ ਦੇਣ ਹੁੰਦਾ ਹੈ। ਸੋ ਕਈ ਵਾਰੀ ਅਸੀਂ, ਕਿਉਂਕਿ ਜਿਹਨਾਂ ਮੁਲਕਾਂ ਤੋਂ ਅਸੀਂ ਆਏ ਹੁੰਦੇ ਹਾਂ, ਇਮੀਗ੍ਰੈਂਟਸ, ਸਾਨੂੰ ਉੱਥੇ ਬੈਂਕਾਂ ਦੇ ਸਿਸਟਮ ਤੋਂ ਸਾਡੀ ਜਿਹੜੀ ਵਾਕਫੀਅਤ ਉਹ ਕਿਸੇ ਹੋਰ ਤਰੀਕੇ ਨਾਲ ਹੁੰਦੀ ਹੈ ਸਾਡੀ। ਪਰ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਬੈਂਕਸ ਨੇ, ਉਹ ਤੁਹਾਡੇ ਹੱਕ ਦੇ ਵਿੱਚ ਤੁਹਾਡੇ ਲਈ ਖੜ੍ਹਦੇ ਹਨ। ਤਾਂ ਹੀ ਸ਼ਾਇਦ ਇੱਕ ਕਾਰਨ ਹੈ ਕਿ ਜਦੋਂ ਵੀ ਅਸੀਂ ਬੈਂਕਾਂ ਦੇ ਬਾਰੇ, ਉਹਨਾਂ ਦੇ ਪ੍ਰੋਫਿਟ ਦੀ ਗੱਲ ਕਰਦੇ ਹਾਂ, ਤਾਂ ਬੈਂਕਸ ਜਿਹੜੇ ਨੇ ਉਹ ਇੱਥੇ ਹਮੇਸ਼ਾ ਉਹ ਕੁਛ ਨਾ ਕੁਛ ਅੱਛੇ ਪ੍ਰੋਫਿਟ ਦੇ ਵਿੱਚ ਉਹ ਇੱਥੇ ਚੱਲ ਰਹੇ ਹਨ। ਔਰ ਮੈਂ ਅੱਜ ਦੀ ਜਿਹੜੀ ਗੱਲਬਾਤ ਹੈ ਉਹ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ। ਸਾਡੀ ਜਿਹੜੀ ਲੜੀ ਹੈ ਉਸਨੂੰ ਫਿਰ ਪਹਿਲੇ ਹਿੱਸੇ ਦੇ ਵਿੱਚ ਜਿਹੜੀ ਕੀਤੀ ਸੀ ਸਤਪਾਲ ਸਰੋਆ ਜੀ ਦੇ ਨਾਲ। ਸੋ ਅੱਜ ਸਾਡੇ ਦਰਮਿਆਨ ਨੇ। ਜੇਕਰ ਤੁਸੀਂ ਕੋਈ ਕਾਰੋਬਾਰ, ਬਿਜ਼ਨਸ ਛੋਟਾ ਵੱਡਾ ਜਿਹੜਾ ਵੀ ਖੋਲ੍ਹਣਾ ਹੈ ਜਾਂ ਖੋਲ੍ਹਿਆ ਹੋਇਆ ਹੈ, ਤੁਹਾਨੂੰ ਲੋਨ ਦੀ ਲੋੜ ਹੈ, ਬਿਜ਼ਨਸ ਲੋਨ ਦੀ ਲੋੜ ਹੈ, ਤਾਂ ਸਤਪਾਲ ਸਰੋਆ ਜੀ ਸਾਡੇ ਨਾਲ ਮੌਜੂਦ ਹਨ। ਸਰੋਆ ਸਾਹਿਬ, ਇੱਕ ਵਾਰੀ ਫਿਰ ਨਿੱਘੀ ਥੈਂਕ ਯੂ ਜੀ। ਬਿਜ਼ਨਸ ਲੋਨ ਜੀ ਜੀ, ਪਹਿਲੀ ਗੱਲ ਤਾਂ ਬਿਜ਼ਨਸ, ਫਿਰ ਲੋਨ, ਇਹ ਦੋ ਸ਼ਬਦ ਨਾ ਬੜੇ ਭਾਰੀ ਨੇ ਜੀ। ਸੋ ਇਹਨਾਂ ਨੂੰ ਥੋੜ੍ਹੇ ਹਲਕੇ ਕਰੋ। ਨਹੀਂ ਭਾਜੀ, ਕੋਈ ਭਾਰੇ ਨਹੀਂ ਹੈਗੇ। ਅਸੀਂ ਜਿੰਨੇ ਵੀ ਇੱਥੇ ਸੈਲਫ ਇੰਪਲਾਈਡ ਹੈਗੇ ਨੇ, ਅਸੀਂ ਆ ਕੇ ਬਿਜ਼ਨਸ ਤਾਂ ਸੈਟਅਪ ਕਰਨੇ ਹੈਗੇ ਜੀ। ਸਾਡੀ ਨਾਰਮਲ ਟੈਂਡੈਂਸੀ ਇਹ ਹੁੰਦੀ ਹੈ ਕਿ ਅਸੀਂ ਕੋਲੋਂ ਪੈਸਾ ਲਾ ਕੇ ਸ਼ੁਰੂ ਕਰ ਲੈਂਦੇ ਹਾਂ, ਔਰ ਹੁੰਦਾ ਕੀ ਆ ਕਿ ਉਹ ਇਨਫ ਨਹੀਂ ਹੁੰਦਾ ਉਹ ਬਿਜ਼ਨਸ ਨੂੰ ਰਨ ਕਰਨ ਵਾਸਤੇ। ਬਿਲਕੁਲ ਠੀਕ ਹੈ ਜੀ। ਔਰ ਫਿਰ ਅਸੀਂ ਸਟਕ ਹੋ ਜਾਂਦੇ ਹੈਗੇ ਆ ਕਿ ਪਤਾ ਨਹੀਂ ਕੀ ਹੋ ਗਿਆ। ਫਿਰ ਅਸੀਂ ਲੈਫਟ ਰਾਈਟ ਜਾਂਦੇ ਹਾਂ, ਆਪਣੇ ਰਿਸ਼ਤੇਦਾਰਾਂ ਤੋਂ, ਭਰਾਵਾਂ ਤੋਂ ਮੰਗਦੇ ਨੇ ਪੈਸੇ। ਔਰ ਇਹ ਚੀਜ਼ਾਂ ਕਈ ਵਾਰੀ ਸਾਡੇ ਕ੍ਰੈਡਿਟ ਨੂੰ ਵੀ ਅਫੈਕਟ ਕਰ ਜਾਂਦੀਆਂ ਹੈਗੀਆਂ। ਠੀਕ ਹੈ ਜੀ। ਮੈਂ ਜੇ ਵੀ ਕਿਸੇ ਨੇ ਬਿਜ਼ਨਸ ਸੈਟਅਪ ਕਰਨਾ ਆ ਜਾਂ ਬਿਜ਼ਨਸ ਸੈਟਅਪ ਕਰ ਲਿਆ ਹੈਗਾ, ਮੈਂ ਉਹਨਾਂ ਨੂੰ ਇਹੋ ਐਡਵਾਈਸ ਕਰਾਂਗਾ ਕਿ ਮੈਨੂੰ ਇੱਕ ਵਾਰੀ ਆ ਕੇ ਮਿਲ ਲਓ, ਮੇਰੇ ਨਾਲ ਡਿਸਕਸ ਕਰ ਲਓ, ਮੈਂ ਉਹਨਾਂ ਨੂੰ ਰੋਡ ਮੈਪ ਬਣਾ ਦਿਆਂਗਾ। ਠੀਕ ਹੈ ਜੀ। ਸਟੈਪਸ ਦੱਸ ਦਿਆਂਗਾ ਕਿ ਤੁਸੀਂ ਬਈ ਸਟੈਪਸ ਕਿਹੜੇ ਲੈਣੇ ਨੇ। ਬਿਲਕੁਲ ਠੀਕ ਹੈ। ਜੇ ਆਪਾਂ ਹੁਣ ਸਟੈਪ ਬਾਈ ਸਟੈਪਸ ਦੇ ਨਾਲ ਚੱਲੀਏ, ਤਾਂ ਸਟੈਪ ਦੇ ਵਿੱਚ ਇਹ ਹੈ ਕਿ ਪਹਿਲਾ ਸਟੈਪ ਜਿਹੜਾ ਸਾਡਾ ਇੰਪੋਰਟੈਂਟ ਸਟੈਪ ਹੈ, ਸਾਡਾ ਪਰਸਨਲ ਕ੍ਰੈਡਿਟ। ਅੱਛਾ, ਪਰਸਨਲ ਵੀ, ਬਿਜ਼ਨਸ ਦੇ ਵਿੱਚ ਵੀ ਪਰਸਨਲ ਕ੍ਰੈਡਿਟ। ਠੀਕ ਹੈ ਠੀਕ ਹੈ। ਤੁਸੀਂ ਕਿਸੇ ਵੀ ਬੈਂਕ ਦੇ ਜਾਂਦੇ ਆ, ਉਹ ਇਹ ਦੇਖਦੇ ਨੇ ਕਿ ਇਹਦਾ ਕ੍ਰੈਡਿਟ ਕਿਹੋ ਜਿਹਾ ਹੈ, ਪਰਸਨਲ ਕ੍ਰੈਡਿਟ ਕਿਦਾਂ ਦਾ ਹੈ। ਠੀਕ ਹੈ, ਕਿਉਂਕਿ ਦਿਸ ਇਜ਼ ਆਵਰ ਕਰੈਕਟਰ, ਹਾਊ ਵੀ ਆਰ ਟੇਕਿੰਗ ਕੇਅਰ ਆਫ ਦਾ ਅਦਰ ਪੀਪਲਸ ਮਨੀ। ਬਿਲਕੁਲ, this is how important it is. Very good. ਠੀਕ ਹੈ ਜੀ। ਹੁਣ ਜਿਸ ਲਈ ਨੰਬਰ 1 ਕ੍ਰੈਡਿਟ ਆ ਗਿਆ, ਨੰਬਰ 2 ਹੋ ਗਿਆ ਵੀ ਤੁਸੀਂ ਬਿਜ਼ਨਸ ਕਿਹੜਾ ਸੈਟਅਪ ਕਰਨਾ ਹੈ। ਓਕੇ, ਤੁਹਾਨੂੰ ਨੌਲੇਜ ਕੀ ਹੈ, ਤੁਹਾਨੂੰ ਕੋਈ ਉਸ ਬਿਜ਼ਨਸ ਦੀ ਨੌਲੇਜ ਹੈਗੀ ਹੈ ਜੀ ਜੀ। ਇੱਥੇ ਭਾਜੀ ਬੈਂਕਾਂ ਜਿਹੜੀਆਂ ਤੁਹਾਨੂੰ ਅਪ ਟੂ 80%, ਈਵਨ 85% ਆਫ ਦਾ ਤੁਹਾਡਾ ਜਿਹੜੀ ਕਾਸਟ ਹੋਣੀ ਆ ਉਹਨੂੰ ਫੰਡਿੰਗ ਕਰਦੀਆਂ। ਓਕੇ ਓਕੇ, 80% ਸੋ ਰਹਿ ਕੀ ਗਿਆ ਤੁਹਾਡੇ ਕੋਲ 15 ਤੋਂ 20% ਪੈਸਾ। ਹਾਂ ਬਿਲਕੁਲ। ਔਰ ਸਾਡੇ ਟੈਂਡੈਂਸੀ ਕੀ ਆ ਕਿ ਅਸੀਂ 100% ਕੋਲੋਂ ਲਾਉਂਦੇ ਆ।
ਸਾਡੇ ਇਹ ਅਕਸਰ ਨਾ ਜਿਹੜੀ ਤੁਸੀਂ ਗੱਲ ਬੜੀ ਵਧੀਆ ਕੀਤੀ ਹੈ, ਇਹ ਸਾਨੂੰ ਕਿਉਂਕਿ ਸਾਡੇ ਨਾ ਇਹ ਸਿਖਾਏ ਸਾਨੂੰ ਇਦਾਂ ਗਿਆ ਸੀ। ਬਿਲਕੁਲ ਬਿਲਕੁਲ। ਸੋ ਅਸੀਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਭਾਈ ਜਦੋਂ ਤੁਸੀਂ ਇਸ ਮੁਲਕ 'ਚ ਆ ਜਾਂਦੇ ਹੋ ਤਾਂ ਇੱਥੋਂ ਦੇ ਹਿਸਾਬ ਦੇ ਨਾਲ ਸੋਚਣਾ ਸਾਨੂੰ, ਜੇ ਆਪਾਂ ਇੱਥੋਂ ਦੇ ਆਬੋ ਹਵਾ, ਇੱਥੋਂ ਦੇ ਰਹਿਣ ਸਹਿਣ, ਖਾਣ ਪੀਣ ਨੂੰ ਅਪਣਾ ਲਿਆ ਤਾਂ ਇੱਥੋਂ ਦੀ ਸੋਚ ਨੂੰ ਵੀ ਦੇਖਣਾ ਪਏਗਾ। ਔਰ ਇਹਦੇ 'ਚ ਕੋਈ ਬੁਰਾਈ ਨਹੀਂ ਹੈ। ਤੁਸੀਂ ਜਿਵੇਂ ਸਰੋਆ ਸਾਹਿਬ ਸਾਡੇ ਦਰਮਿਆਨ ਹਨ ਆਏ ਹੋਏ ਇਸ ਵਕਤ, ਇਸੇ ਤਰ੍ਹਾਂ ਵੱਖ-ਵੱਖ ਹੋਰ ਖੇਤਰ ਹਨ ਜਿਹੜੇ, ਉਹਨਾਂ ਖੇਤਰਾਂ ਦੇ ਮਾਹਰਾਂ ਦੇ ਨਾਲ ਤੁਸੀਂ ਫੋਨ ਕਰਕੇ, ਤੁਸੀਂ ਸੰਪਰਕ ਕਰਕੇ 1-to-1 ਮੀਟਿੰਗ ਕਰੋ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਕੁ ਤੁਸੀਂ ਜਿਹੜਾ ਹੈ ਜੀ, ਕਿੰਨੇ ਜਿਵੇਂ ਕਹਿੰਦੇ ਨਾ ਉਹ ਛਾਲ ਤੁਸੀਂ ਕਿੰਨੀ ਵੱਡੀ ਮਾਰ ਸਕਦੇ ਹੋ। ਬਿਲਕੁਲ ਜੀ ਬਿਲਕੁਲ। ਸੋ ਬਿਜ਼ਨਸ ਦੀ ਗੱਲ ਹੈ। ਬਿਜ਼ਨਸ ਦੇ ਵਿੱਚ ਮੈਂ ਜਾਣਨਾ ਚਾਹਾਂਗਾ, ਜਿਹੜੇ ਕਈ ਸਾਡੇ ਵੀਰ ਭਰਾ ਜਿਹੜੇ ਹੁੰਦੇ ਨੇ ਜੋ ਟਰੱਕਿੰਗ ਦੇ ਜੀ ਬਿਲਕੁਲ ਜੀ, ਜਾਂ ਕਈ ਐਸੇ ਨੇ ਜਿਹੜੇ ਕਿ ਕਿਸੇ ਸਰਵਿਸ ਇੰਡਸਟਰੀ ਜਾਂ ਇਹ ਕਹਿ ਲਓ ਕਿ ਜਿਵੇਂ ਰੈਸਟੋਰੈਂਟ, ਬਾਰਬਰ ਸ਼ਾਪ ਜਾਂ ਕੋਈ ਇਦਾਂ ਦੀ ਰਿਟੇਲ ਸ਼ਾਪ ਦੇ ਵਿੱਚ ਨੇ, ਸੋ ਉਹਨਾਂ ਦੇ ਲਈ ਵੀ ਜਿਹੜਾ ਖਾਸ ਕਰਕੇ ਟਰੱਕਿੰਗ ਇੰਡਸਟਰੀ ਵਾਲੇ ਭਰਾ ਨੇ, ਇੱਕ ਟਰੱਕ ਤੋਂ 2 ਤੋਂ 4 ਕਰਨੇ ਨੇ, ਤਾਂ ਉਹਨਾਂ ਲਈ ਦੱਸੋ ਜੀ ਕੀ ਕਹਿਣਾ ਤੁਸੀਂ। ਭਾਈ ਦੇਖੋ ਟਰੱਕਿੰਗ ਇੰਡਸਟਰੀ ਵੀ ਕਿੰਨੀ ਵਾਸਟ ਹੈਗੀ ਆ, ਇੱਕ ਟਰੱਕ ਤੋਂ ਲੈ ਕੇ ਲੋਕਾਂ ਕੋਲ ਹੰਡਰਡਸ ਐਂਡ ਥਾਊਜ਼ੈਂਡਸ ਵੀ ਹੈਗੇ ਨੇ। ਬਿਲਕੁਲ। ਔਰ ਕਿਸੇ ਨੇ ਕਿਸੇ ਟਾਈਮ ਤੇ ਸ਼ੁਰੂ ਕੀਤਾ ਸੀ, ਇੱਕ ਤੋਂ ਸ਼ੁਰੂ ਕੀਤਾ ਸੀ, ਠੀਕ ਹੈ ਜੀ। ਔਰ ਸਾਡੀ ਟੈਂਡੈਂਸੀ, ਤੁਸੀਂ ਜਿਸ ਵੀ ਬਿਜ਼ਨਸ ਹੈ, ਟੈਂਡੈਂਸੀ ਇਹ ਹੋਣੀ ਚਾਹੀਦੀ ਵੀ ਅਸੀਂ ਗਰੋ ਕਰਨਾ ਇਹਦੇ ਵਿੱਚ। ਬਿਲਕੁਲ। ਅੱਜ ਇੱਕ ਹੈ, ਕੱਲ 2 ਆ, ਪਰਸੋਂ 3 ਹੈ। ਹੁਣ ਗਰੋਥ ਦੇ ਨਾਲ ਦੇਖੋ ਤੁਸੀਂ ਐਕਸਪੈਕਟ ਕੀ ਆ ਗਏ, ਉਹੀ ਫੰਡਿੰਗ ਦਾ ਹੋ ਗਿਆ, ਫਾਈਨੈਂਸ਼ੀਅਲ ਦਾ ਹੋ ਗਿਆ। ਮੈਂ ਉਹਨੂੰ ਫੰਡਿੰਗ ਦੇ ਫਾਈਨੈਂਸ਼ੀਅਲ ਨਹੀਂ ਕਹੂੰ, ਉਹਨੂੰ ਫਾਈਨੈਂਸ਼ੀਅਲ ਪਲੈਨਿੰਗ ਕਹਿ ਲਵਾਂਗਾ ਫਰੋਮ ਬਿਜ਼ਨਸ ਪੁਆਇੰਟ ਆਫ ਵਿਊ। ਬਿਲਕੁਲ ਵੀ ਮੈਂ ਹਾਊ ਆਈ ਸ਼ੁੱਡ ਗੋ ਮੂਵ ਅਹੈਡ। ਸਾਡਾ ਉਹਦੇ ਵਿੱਚ ਕੀ ਆ, ਬਹੁਤ ਬੜਾ ਰੋਲ ਹੈ ਸਾਡੇ ਅਕਾਊਂਟਿੰਗ, ਜਿਹੜੇ ਸਾਡੇ ਭਰਾ ਨੇ ਅਕਾਊਂਟੈਂਟਸ ਦਾ, ਠੀਕ ਹੈ, ਉਹਨਾਂ ਦਾ ਰੋਲ ਹੁੰਦਾ ਹੈਗਾ। ਮੈਂ ਹਮੇਸ਼ਾ ਆਪਣੇ ਕਲਾਇੰਟਸ ਨੂੰ ਗਾਈਡ ਕਰਦਾ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ ਪਿਕਚਰ ਦੇਵੋ, ਟਰੂ ਪਿਕਚਰ ਦੇਵੋ, ਨਾਲ ਉਹਨੂੰ ਇਹ ਵੀ ਦੱਸੋ ਕਿ ਵੀ ਮੇਰਾ ਵੇਅਰ ਆਈ ਐਮ ਪਲੈਨਿੰਗ ਟੂ ਮੂਵ ਅਹੈਡ, ਸੋ ਦੈਟ ਜਿਹੜਾ ਤੁਹਾਡੇ ਉਹ ਟੈਕਸ ਵਗੈਰਾ ਫਾਈਲ ਕਰਦੇ ਨੇ ਉਹ ਅਕਾਊਂਟਿੰਗਲੀ ਉਹ ਫਾਈਲ ਕਰਨ, ਤਾਂ ਕਿ ਜਦੋਂ ਤੁਸੀਂ ਕੱਲ ਨੂੰ ਫਾਈਨੈਂਸ਼ੀਅਲ ਸਟੇਟਮੈਂਟ ਆਪਣੀ ਬੈਂਕ ਦੇ ਵਿੱਚ ਲੈ ਕੇ ਜਾਂਦੇ ਆ, ਬੈਂਕਰ ਵਿਲ ਸ਼ੁੱਡ ਲੁੱਕ ਐਟ ਯੂ ਵਿਦ ਹਾਈਐਸਟ ਰਿਸਪੈਕਟ। ਉਹਨੂੰ ਪਤਾ ਲੱਗ ਜਾਂਦਾ ਵੀ ਗਰੋਥ ਤੇ ਜਾ ਰਿਹਾ ਇਸ ਵੇਲੇ ਬੰਦਾ, ਠੀਕ ਪਾਸੇ। ਔਰ ਇਹਨੂੰ ਅਸੀਂ ਵੀ ਨੀਡ ਟੂ ਗਿਵ ਹਿਮ ਹੈਲਪ। ਹੁਣ ਉਹਦੇ ਚ ਜਦੋਂ ਦੇਖੋ ਜਿਹੜੇ ਸਾਡੇ ਕੋਲ ਮੁੱਢਲੇ ਸਟੈਪ ਵੀ ਪ੍ਰੋਪਰ ਨਹੀਂ ਹੈਗੇ, ਨੋਬਡੀ ਗਿਵ ਅਸ ਦਾ ਮਨੀ। ਹਾਂ, ਮਤਲਬ ਹਵਾ ਚ ਆ ਕੇ ਅਸੀਂ ਨਹੀਂ ਕੋਈ। ਔਰ ਜੇ ਆਪਾਂ ਪਹਿਲਾਂ ਗੱਲ ਕੀਤੀ, ਨੰਬਰ 1 ਸਾਡੀ ਟੌਪ ਪ੍ਰਾਇੋਰਟੀ ਕ੍ਰੈਡਿਟ ਹੋ ਗਿਆ ਜੀ। ਉਸ ਤੋਂ ਬਾਅਦ ਸਾਡੀ ਫਾਈਨੈਂਸ਼ੀਅਲ ਸਟੇਟਮੈਂਟਸ ਹੋ ਗਈਆਂ ਜੀ, ਠੀਕ ਹੈ। ਫਿਰ ਅਸੀਂ ਕਿਸ ਬਿਜ਼ਨਸ ਦੇ ਵਿੱਚ ਗਰੋ ਕरें, ਟਰੱਕਿੰਗ ਇੰਡਸਟਰੀ 'ਚ ਦੇਖੋ। ਟਰੱਕਿੰਗ ਦੇ ਵਿੱਚ ਵੀ ਹੈ 2-3 ਪ੍ਰੋਡਕਟ ਨੇ ਜਿਹੜੇ ਤੁਹਾਨੂੰ ਹੈਲਪ ਕਰਦੇ ਨੇ। ਲੋਨ ਹੋ ਗਏ, ਹਾਂਜੀ, ਵਰਕਿੰਗ ਕੈਪੀਟਲ ਹੋ ਗਈ, ਹਾਂਜੀ, ਬਿਲਕੁਲ ਚਾਹੀਦੀ ਹੁੰਦੀ। ਅੱਛਾ, ਹੁਣ ਕਈ ਵਾਰ ਤੁਸੀਂ ਦੇਖੋ ਸਾਡੇ ਜਿਹੜੇ ਡਰਾਈਵਰ ਭਰਾ ਨੇ ਉਹ ਆਪਣੇ ਵੀਜ਼ੇ ਯੂਜ਼ ਕਰੀ ਜਾਂਦੇ ਨੇ, ਉਹਨਾਂ ਕੋਲ ਬਿਜ਼ਨਸ ਵੀਜ਼ੇ ਨਹੀਂ ਹੁੰਦੇ ਹੈਗੇ, ਫਿਰ ਉਹ ਤੁਹਾਡੇ ਕ੍ਰੈਡਿਟ ਅਫੈਕਟ ਕਰਦਾ ਹੈਗਾ। ਮੈਂ ਐਡਵਾਈਜ਼ ਕਰਾਂਗਾ ਬੈਂਕ ਦੇ ਵਿੱਚ ਅਕਾਊਂਟ ਖੋਲ ਕੇ ਉਹਨੂੰ ਕਹੂੰਗਾ ਵੀ ਮੈਨੂੰ ਐਰਲੀ ਸਟਾਰਟ ਵਿਦ ਆਈ ਨੀਡ 5000 10,000 ਔਰ 20,000 ਬਿਜ਼ਨਸ ਵੀਜ਼ਾ, ਤਾਂ ਕਿ ਕਿਉਂਕਿ ਜ਼ਰੂਰਤ ਹੈਗੀ, ਕਿਤੇ ਰਿਪੇਅਰ ਦੀ ਜ਼ਰੂਰਤ ਪੈ ਗਈ, ਕਿਸੇ ਚੀਜ਼ ਦੀ ਵੀ ਜ਼ਰੂਰਤ ਪੈ ਗਈ, ਉਹ ਪੈਸਾ ਕਿੱਥੋਂ ਆਏਗਾ? ਬਿਜ਼ਨਸ ਵੀਜ਼ੇ ਚੋਂ, ਮਤਲਬ ਉਧਰੋਂ ਤੁਸੀਂ ਲਾਓ। ਅੱਛਾ, ਉਹਦੀ ਅਕਾਊਂਟਿੰਗ ਦੇ ਵਿੱਚ ਬੜਾ ਅੱਛਾ ਸਿੰਪਲ ਹੈ, ਠੀਕ ਹੈ। ਬਾਹਰੋਂ ਮਤਲਬ ਉਹਦੇ ਉਹਦੇ ਚ ਇਹ ਲੱਗ ਜਾਂਦਾ ਕਿ ਮੈਂ ਪੈਸਾ ਕਿੱਥੋਂ ਖਰਚਾ ਕੀਤਾ ਸੀਗਾ, ਠੀਕ ਹੈ। ਇਹ ਜਿਹੜੇ ਛੋਟੇ ਛੋਟੇ ਤੁਹਾਡੇ ਇੱਕ ਡਿਸਪਲਿਨ ਹੈਗਾ ਆ ਜਿਹੜਾ ਕਿ ਵੀ ਹੈਵ ਟੂ ਬ੍ਰਿੰਗ ਟੂ ਆਵਰ ਲਾਈਫ। ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਜੀ, ਇਹ ਸਿੱਖਿਆ ਤੋਂ ਜਾਂ ਕਿਸੇ ਨੂੰ ਦੇਖ ਕੇ, ਜਾਂ ਜੇ ਨਾ ਪਤਾ ਹੋਵੇ ਤਾਂ ਪੁੱਛ ਕੇ, ਜਿਵੇਂ ਆਪਾਂ GPS ਨੂੰ ਪੁੱਛ ਲੈਂਦੇ ਨੇ ਕਿ ਫਲਾਣੀ ਜਗ੍ਹਾ ਜਾਣਾ, ਤਾਂ ਇਟ ਇਜ਼ ਅ GPS ਰੋਡ ਮੈਪ, ਜਿਵੇਂ ਕਿਹਾ ਜੀ, ਇਟਸ ਅ GPS। ਤਾਂ ਤੇ ਜਿਹੜੀ ਉਹ GPS ਦੀ ਭੂਮਿਕਾ ਹੈ ਜੀ, ਉਹ ਸਤਪਾਲ ਸਰੋਆ ਜੀ ਤੁਹਾਡੇ ਲਈ ਨਿਭਾਉਣਗੇ। ਔਰ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਇਹਨਾਂ ਦੇ ਜਿਹੜੇ ਫੋਨ ਨੰਬਰ ਹਨ ਉਹਨਾਂ ਦੇ ਉੱਤੇ ਸੰਪਰਕ ਕਰੋ। ਔਰ ਚਾਹੇ ਟਰੱਕਿੰਗ ਇੰਡਸਟਰੀ ਚੋਂ, ਜਾਂ ਤੁਸੀਂ ਰੈਸਟੋਰੈਂਟ ਚਲਾ ਰਹੇ ਹੋ, 1 ਤੋਂ 2 ਰੈਸਟੋਰੈਂਟ ਕਰਨੇ ਨੇ, ਜਾਂ ਇਸ ਪਹਿਲੇ ਐਗਜ਼ਿਸਟਿੰਗ ਬਿਜ਼ਨਸ ਦੀ ਇੰਪਰੂਵਮੈਂਟ ਕਰਨੀ ਹੈ, ਜਿਹਨੂੰ ਆਪਾਂ ਕਹਿੰਦੇ ਕਿ ਜੇ ਲੀਜ਼ ਤੇ ਵੀ ਹੈ ਤਾਂ ਵੀ ਉਸ ਦੀ ਇੰਪਰੂਵਮੈਂਟ ਦੇ ਲਈ ਕੁਛ ਨਾ ਕੁਛ ਜਿਹੜਾ ਤੁਸੀਂ ਲੈ ਸਕਦੇ ਹੋ। ਇਸ ਦੇ ਨਾਲ ਨਾਲ ਜੇ ਤੁਸੀਂ ਆਪਣਾ ਪ੍ਰੋਪਰਟੀ ਲੈ ਕੇ, ਲੈਟਸ ਸੇ ਕੋਈ ਯੂਨਿਟ ਤੁਸੀਂ ਲੈ ਨਹੀਂ ਚਾਹੁੰਦੇ ਹੋ, ਯੂਨਿਟ ਦੀ ਫਾਈਨਾਂਸਿੰਗ ਦੀ ਤੁਹਾਨੂੰ ਕਮਰਸ਼ੀਅਲ ਯੂਨਿਟ ਦੀ ਫਾਈਨਾਂਸਿੰਗ ਚਾਹੀਦੀ ਹੈ, ਤੇ ਨਾਟ ਓਨਲੀ ਫਾਈਨਾਂਸਿੰਗ, ਉਹਦੇ ਵਿੱਚ ਕੀ ਤੁਸੀਂ ਕਰਕੇ ਦਿੰਦੇ ਹੋ ਜੀ? ਭਾਜੀ ਬਹੁਤ ਹੀ ਜਿਹੜਾ ਸਾਡੀ ਮਾਰਕੀਟ ਦੇ ਬਹੁਤ ਅੱਛਾ ਟੌਪਿਕ ਹੈ ਉਹ, ਔਰ ਮੈਂ ਹਮੇਸ਼ਾ ਇਨਕਰੇਜ ਕਰਦਾ ਹੈਗਾ ਜਿੰਨੇ ਸਮਾਲ ਬਿਜ਼ਨਸ ਦੇ ਵਿੱਚ ਆ ਜਾਂਦੇ ਨੇ, ਚਾਹੇ ਉਹ ਤੁਸੀਂ ਗਰੋਸਰੀ ਸਟੋਰ ਲਾ ਲਓ, ਚਾਹੇ ਸਾਡੇ ਸਾਡੀਆਂ ਜਿੰਨੇ ਸਲੂਨਸ ਵਗੈਰਾ ਹੋ ਗਏ ਨੇ, ਪੀਜ਼ਾ ਸ਼ਾਪਸ ਹੋ ਗਈਆਂ ਸਾਡੇ ਕੋਲ, ਜਿੰਨੇ ਵੀ ਸਾਡੇ ਛੋਟੇ ਛੋਟੇ ਜਿਹੜੇ ਤੁਸੀਂ ਇੱਕ ਯੂਨਿਟ ਬਿਜ਼ਨਸ ਰਨ ਕਰ ਸਕਦੇ ਜੀ। ਮੈਂ ਹਮੇਸ਼ਾ ਇਹੋ ਐਡਵੋਕੇਟ ਕਰਦਾ ਇਸ ਚੀਜ਼ ਨੂੰ ਕਿ ਤੁਸੀਂ ਅਗਰ ਪ੍ਰਾਪਰਟੀ ਲੈ ਸਕਦੇ ਆ, ਪ੍ਰਾਪਰਟੀ ਲੈ ਕੇ ਬਿਜ਼ਨਸ ਰਨ ਕਰੋ। ਬਿਲਕੁਲ, ਦੇਖੋ ਤੁਸੀਂ ਜਿੱਥੇ ਬਿਜ਼ਨਸ ਸਟਾਰਟ ਕੀਤਾ ਤੁਸੀਂ ਉੱਥੇ ਲੀਜ਼ ਤਾਂ ਦੇਣੀ, ਪੈਸੇ ਦੇਣੇ ਨੇ ਜੀ, ਹਾਂ, ਠੀਕ ਹੈ। ਵਾਈ ਡੋਂਟ ਪੇ ਯੂਅਰ ਓਨ ਮੌਰਗੇਜ? ਐਗਜ਼ੈਕਟਲੀ, ਤੁਹਾਡੀ ਪ੍ਰਾਪਰਟੀ ਵਧ ਰਹੀ ਹੈ, ਇਕੁਇਟੀ ਬਿਲਡ ਹੋ ਰਹੀ ਹੈ, ਔਰ ਤੁਸੀਂ ਉਸ ਚੀਜ਼ ਨੂੰ ਕੀ ਕਰ ਸਕਦੇ ਆ, ਤੁਸੀਂ ਉਹਨੂੰ ਬਾਅਦ ਚ ਲੈਟਸ ਸੇ 5 ਇਅਰ ਤੋਂ ਬਾਅਦ ਜਾ ਕੇ ਤੁਸੀਂ ਉਹਨੂੰ ਕੋਈ ਲੈਵਰੇਜ ਲੈਣੀ ਹੈ, ਤੁਹਾਡੀ ਐਸਟ ਬਣ ਗਿਆ। ਬਿਲਕੁਲ, ਯੂ ਕੈਨ ਗੋ ਟੂ ਦਾ ਨੈਕਸਟ ਲੈਵਲ। ਐਗਜ਼ੈਕਟਲੀ, ਠੀਕ ਹੈ। ਵਰਸਸ
ਅਸੀਂ ਲੀਜ਼ ਤੇ ਲਿਆ ਕੋਈ ਜਗ੍ਹਾ ਜੀ, ਸੋ ਦੈਟਸ ਨਾਟ ਯੂਰ ਪਲੇਸ, दैट्स नॉट योर प्लेस। और मैं बहुत सारे अपने जिन्ने भी मेरे रियल्टर दोस्त है, जिन्ने भी मेरे कई बार मेरे क्लाइंट्स भी मेरे कंटैक्ट्स आते हैं, मैं उन्होंने हमेशा कहना है अगर लीज ते आ प्लान करो कि मैं बाई करा, चाहे अज नहीं करा 2 साल बाद करा 5 साल बाद करा, प्लान करो, होना चाहिए प्लान करो अगर तुसी कर सकते हैं। अगर ड्यू टू सम रीजन तुसी नहीं अपना बिजनेस उतों लोकेशन या ऐसी कोई चीज़ है कि तुसी मूव नहीं कर सकते, दैट्स समथिंग एल्स, ठीक है, दैट्स समथिंग एल्स। बट हुण ਇਹ ਦੇਖੋ ਕਿ ਇੰਨਾ ਸੋਹਣਾ ਪ੍ਰੋਗਰਾਮ ਹੈ, ਲੈਟਸ ਸੇ ਕੋਈ ਜੂਨਟ ਆ 500 600 700,000 ਤਾਂ ਆਇਆ, ਉਹ ਤੇ 200 300,000 ਤੱਕ ਖਰਚਾ ਆਉਂਦਾ ਹੈ। ਸਾਨੂੰ ਜਿਹੜੀ ਗਵਰਨਮੈਂਟ ਹੈ, ਸਾਡਾ ਜਿਹੜਾ ਬੈਂਕਸ ਹੈਗੀਆਂ ਅਪ ਟੂ 80-85% ਤੱਕ ਫੰਡਿੰਗ ਕਰ ਸਕਦੀ। ਅੱਛਾ ਜੀ, ਹੁਣ ਤੁਸੀਂ ਲੈਟਸ ਸੇ ਤੁਹਾਡਾ $1 ਮਿਲੀਅਨ ਦੀ ਟੋਟਲ ਕਾਸਟ ਹੈ, ਤੁਹਾਡੇ ਕੋਲੋਂ ਕਿੰਨਾ ਖਰਚਾ ਆਇਆ? ਨਾਟ ਮੋਰ ਦੈਨ $200,000। ਵਿਦ $200,000 ਯੂ ਆਰ ਓਨਰ ਆਫ ਯੂਰ ਓਨ ਬਿਜ਼ਨਸ, ਓਨ ਪ੍ਰੋਪਰਟੀ, ਪਲੱਸ ਯੂ ਆਰ ਰਨਿੰਗ ਦਾ ਬਿਜ਼ਨਸ ਫਰੋਮ ਦਾ ਸੇਮ ਸਪੌਟ। ਬਿਲਕੁਲ, ਹਾਂ ਤੁਸੀਂ ਹੁਣ ਇਹ ਕੰਪੇਅਰ ਕਰੋ ਕਿ ਜੇ ਲੈਟਸ ਸੇ ਸੇਮ ਬਿਜ਼ਨਸ ਇੱਕ ਲੀਜ਼ ਪ੍ਰੋਪਰਟੀ ਸੈਟਅਪ ਕਰਨਾ ਹੈ, ਬਿਲਕੁਲ ਤੁਹਾਨੂੰ ਉੱਥੇ ਮੈਂ 200-300 ਤੱਕ ਤੁਹਾਡਾ ਲੋਨ ਤਾਂ ਮੈਂ ਲੈ ਦਿਆਂਗਾ, ਡਰੇਨ ਚੱਲ ਜਾਣਾ ਜੀ, ਠੀਕ ਹੈ, ਲੋਨ ਉਹਨਾਂ ਮਿਲ ਜਾਏਗਾ। ਪਰ ਜਿਹੜੀ ਤੁਹਾਡੀ ਪੇਮੈਂਟ ਹੈਗੀ ਆ ਜੀ, ਉਹ ਲੀਜ਼ ਦੀ ਤਾਂ ਲੀਜ਼ ਤੇ ਚਲੇਗੀ, ਉਧਰ ਉਹ ਤਾਂ ਜਾਣੀ ਹੈ ਜੀ, ਠੀਕ ਹੈ। ਇੱਥੇ ਕੀ ਹੈ, ਤੁਹਾਡਾ ਐਕਸਟਰਾ ਕੁਝ ਨਹੀਂ ਹੈਗਾ, ਪਰ ਤੁਹਾਡੀ ਜਿਹੜੀ ਸੇਵਿੰਗ ਕੀ ਹੈ, 2 ਸੇਵਿੰਗ ਉਹਦੇ 'ਚ, ਪ੍ਰਿੰਸੀਪਲ ਤੁਹਾਡਾ ਆਪਣਾ ਪੈਸਾ, ਐਪਰੀਸ਼ੀਏਸ਼ਨ ਤੁਹਾਡੀ ਆਪਣੀ। ਐਪਰੀਸ਼ੀਏਸ਼ਨ ਕਿੱਥੇ ਹੋ ਰਹੀ ਹੈ? ਪ੍ਰਾਪਰਟੀ ਦੀ ਹੋਲ ਵੈਲਿਊ ਤੇ, ਯੈਸ, ਨਾ ਕਿ ਤੁਹਾਡੀ ਇਨਵੈਸਟਮੈਂਟ ਦੇ ਉੱਤੇ, ਨਾ, ਬਿਲਕੁਲ। ਸੋ ਦਿਸ ਇਜ਼ ਹਾਊ ਬਿਗ दैट ਇੰਪੈਕਟ ਇਜ਼। ਬਹੁਤ ਅੱਛਾ, ਦੈਟਸ ਵਾਟ ਆਈ ਐਮ ਆਲਵੇਜ਼ ਆਮ ਸੇਇੰਗ, ਨਹੀਂ ਪਲੀਜ਼ ਯਾਰ ਅਗਰ ਤੁਸੀਂ ਕਰ ਸਕਦੇ ਆ ਜੀ, ਓਨਰ ਰਿਲੀਜ਼ ਕਰ ਰਹੇ ਆ, ਪਲਾਨ ਕਰੋ ਕਿ ਵੀ ਮੈਂ ਅੱਗੇ ਮੂਵ ਕਰਨਾ ਹੈ, ਜਦੋਂ ਵੀ ਮੂਵ ਕਰਨਾ ਮੈਂ ਓਨਰ ਆਕੂਪਾਈਡ ਪ੍ਰਾਪਰਟੀ 'ਚ ਮੂਵ ਕਰਨਾ ਹੈਗਾ, ਮੈਂ ਉੱਥੋਂ ਰਨਿੰਗ ਕਰਨੀ ਹੈ। ਟਰੱਕਿੰਗ ਇੰਡਸਟਰੀ ਆ, ਯੂ ਕੈਨ ਸੈਟ ਅਪ ਯੂਰ ਬਿਜ਼ਨਸ ਐਨੀਵੇਅਰ। ਬਹੁਤ ਅੱਛੇ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ। ਜੇਕਰ ਤੁਸੀਂ ਸੁਪਨਾ ਲਿਆ ਹੈ ਚਾਹੇ ਆਪਣਾ ਘਰ ਲੈਣ ਦਾ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ, ਤਾਂ ਤੁਹਾਨੂੰ ਜਿਹੜੀ ਫਾਈਨਾਂਸਿੰਗ, ਜਿਹਨੂੰ ਮੈਂ ਪੈਸਾ ਧੇਲੇ ਦਾ ਨਾਂ ਦਿੰਦਾ, ਪੈਸੇ ਧੇਲੇ ਦੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਬਸ਼ਰਤੇ ਜਿਹੜੀਆਂ ਗੱਲਾਂ ਦੇ ਉੱਤੇ ਅੱਜ ਅਸੀਂ ਵਿਚਾਰ ਕਰ ਰਹੇ ਹਾਂ ਉਹਨਾਂ ਗੱਲਾਂ ਨੂੰ ਤੁਸੀਂ ਆਪਣੇ ਧਿਆਨ ਦੇ ਵਿੱਚ ਰੱਖਦੇ। ਯਕੀਨਨ ਤੁਸੀਂ ਸਿਆਣੇ ਹੋ ਸਾਰੇ ਸਾਡੇ ਦਰਸ਼ਕ, ਪਰ ਫਿਰ ਵੀ ਜੇਕਰ ਤੁਸੀਂ ਜਾਂ ਤੁਹਾਡਾ ਕੋਈ ਭੈਣ ਭਰਾ ਕਿਸੇ ਨੂੰ ਪੈਸੇ ਦੀ ਲੋੜ ਹੈ, ਕਿਸੇ ਨੂੰ ਤੁਰੰਤ ਕਈ ਵਾਰੀ ਲੋੜ ਹੁੰਦੀ ਹੈ, ਕਿਸੇ ਐਮਰਜੈਂਸੀ ਦੇ ਵਿੱਚ ਕੋਈ ਬਿਜ਼ਨਸ ਜਾਂ ਕੋਈ ਡੀਲ ਅੱਛੀ ਮਿਲ ਰਹੀ ਹੁੰਦੀ ਹੈ, ਤਾਂ ਬਿਲਕੁਲ ਤੁਸੀਂ ਘਬਰਾਓ ਨਾ, ਤੁਹਾਡੇ ਲਈ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈ ਜੀ ਪੈਸੇ ਧੇਲੇ ਦਾ ਕਰਕੇ ਦੇਣਗੇ ਸਤਪਾਲ ਸਰੋਆ ਜੀ, ਜੋ ਕਿ ਮਾਰਗੇਜ ਬ੍ਰੋਕਰ ਹਨ। ਔਰ ਇਸ ਦੇ ਨਾਲ ਨਾਲ ਜਿਹੜੀ ਹੈ ਸਾਡੇ ਜਿਹੜੇ ਭੈਣ ਭਰਾ ਇਸ ਇੰਡਸਟਰੀ ਦੇ ਵਿੱਚ, ਸਾਡੇ ਇਸ ਜਿਹੜੀ ਮਾਰਗੇਜ ਇੰਡਸਟਰੀ ਹੈ ਉਹਦੇ ਵਿੱਚ ਆਉਣਾ ਚਾਹੁਣ, ਤਾਂ ਸਾਡੇ ਜਿਹੜੀ ਟੀਮ ਹੈ ਜੀ ਸਤਪਾਲ ਸਰੋਆ ਜੀ ਦੀ ਟੀਮ ਜੁਆਇਨ ਕਰ ਸਕਦੇ ਨੇ। ਔਰ ਬਹੁਤ ਸਾਰੇ ਮੈਨੂੰ ਪਤਾ ਅਸੀਂ ਨਵੇਂ ਜਿਹੜੇ ਹਾਂਜੀ ਮੁੰਡੇ ਕੁੜੀਆਂ ਨੂੰ ਜੀ ਇਨਕਰੇਜ ਵੀ ਕਰਦੇ ਹੋ ਤੇ ਉਹਨਾਂ ਨੂੰ ਆਪਣੀ ਟੀਮ ਦੇ ਵਿੱਚ ਸ਼ਾਮਲ ਵੀ ਕਰ ਰਹੇ ਹੋ। ਸੋ ਇਹਦੇ ਬਾਰੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਟੀਮ ਬਿਲਡਿੰਗ ਦੇ ਬਾਰੇ ਗੱਲ ਕਰਾਂਗੇ, ਲੇਕਿਨ ਤੁਸੀਂ ਕੋਈ ਵੀ ਸਲਾਹ ਮਸ਼ਵਰਾ ਇਹਨਾਂ ਤੋਂ ਲੈਣਾ ਤਾਂ ਸੰਪਰਕ ਕਰ ਸਕਦੇ ਹੋ 416 ਇਹਨਾਂ ਦਾ 647 ਨੰਬਰ 8314742। ਬਿਲਕੁਲ, ਨੰਬਰ ਸਕਰੀਨ ਦੇ ਉੱਤੇ ਇਹਨਾਂ ਦੇ ਨਾਮ ਦੇ ਨਾਲ ਤੁਸੀਂ ਪੜ੍ਹ ਸਕਦੇ ਹੋ। ਸੋ ਅੱਜ ਦਾ ਪ੍ਰੋਗਰਾਮ ਮੇਰੇ ਖਿਆਲ ਇੱਥੇ ਸਮਾਪਤ ਕਰਦੇ ਹਾਂ ਜੀ। ਥੈਂਕ ਯੂ ਜੀ। ਔਰ ਇਹ ਜਿਹੜੇ ਬਾਕੀ ਇਹ ਵੀ ਦੱਸਦੇ ਜਿਹੜਾ ਪੈਸਾ ਧੇਲਾ ਤੁਹਾਨੂੰ ਇਹ ਘਬਰਾਉਣ ਦੀ ਲੋੜ ਨਹੀਂ ਕਿ ਟੋਰਾਂਟੋ ਦੇ ਵਿੱਚ ਹੀ ਆਲ ਓਵਰ ਕੈਨੇਡਾ, ਹਾਂਜੀ, ਈਸਟ ਟੂ ਵੈਸਟ, ਜਿਹੜੇ ਮਰਜ਼ੀ ਵੈਨਕੂਵਰ, ਜਿੱਥੋਂ ਮਰਜ਼ੀ ਤੁਸੀਂ ਹੋਵੋ, ਚਾਹੇ ਮੈਨੀਟੋਬਾ ਤੋਂ ਹੋਵੋ, ਚਾਹੇ ਤੁਸੀਂ ਜਿਹੜਾ ਸੈਸਕੈਚੁਆਨ ਤੋਂ ਜਾਂ ਜਿੰਨੇ ਵੀ ਪ੍ਰੋਵਿੰਸਿਸ ਨੇ, ਕਿਊਬੈਕ, ਔਰ ਸਾਰੇ ਪਾਸਿਓਂ ਤੁਸੀਂ ਜਿਹੜਾ ਹੈ ਜੀ ਫੰਡਿੰਗ ਜੇਕਰ ਤੁਹਾਨੂੰ ਚਾਹੀਦੀ ਹੈ, ਘਰ ਖਰੀਦਣਾ ਹੈ, ਬਿਜ਼ਨਸ ਖਰੀਦਣਾ ਹੈ ਜਾਂ ਲੋਨ ਚਾਹੀਦਾ ਹੈ, ਲਾਈਨ ਆਫ ਕ੍ਰੈਡਿਟ ਕਾਰਡ ਕਿਵੇਂ ਬਣਨੇ, ਤੁਹਾਡੇ ਨਵੇਂ ਆਏ ਹੋ, ਤੁਹਾਡੇ ਪੇਰੈਂਟਸ ਨਵੇਂ ਆਏ ਨੇ, ਤਾਂ ਸਾਰੀਆਂ ਗੱਲਾਂ ਦਾ ਇੱਕੋ ਹੱਲ ਬਿਲਕੁਲ ਸਤਪਾਲ ਸਰੋਆ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।